ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਸ਼ੁਰੂ ਕੀਤੀ ਸੀ ਜੈਤ ਸ੍ਰੀ ਦੀ ਵਾਰ ਮਹੱਲੇ ਪੰਜਵੇਂ ਦੀ 7 ਪੌੜੀਆਂ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਸ਼ਲੋਕ ਤੇ ਪੌੜੀਆਂ 7 ਪੌੜੀਆਂ ਤੱਕ। ਆਓ ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਸ਼ਲੋਕ ਅਨਿਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ। ਸੰਸਾਰ ਦੇ ਵਿੱਚ ਸੰਸਾਰ ਦੇ ਅਨੇਕਾਂ ਤਮਾਸ਼ੇ ਨੇ। ਰਾਜ ਦੀਆਂ ਮੌਜਾਂ, ਸੁੰਦਰਤਾ ਤੇ ਚਤਰ ਚੌਰ ਜੋ ਛਤਰ ਤਖਤ ਜੋ ਰਾਜਿਆਂ ਦੇ ਹੁੰਦੇ ਨੇ। ਛਤਰ ਚਮਰ ਤਖਤ ਆਸਨ, ਵੀ ਤਖਤਾਂ ਤੇ ਆਸਨ ਉੱਪਰ ਛਤਰ ਝੂਲਣਾ। ਏਦਾਂ ਰਾਜ ਭਾਗ ਸੰਸਾਰ ਦਾ, ਇੱਥੇ ਦੇ ਰਸ, ਸੋਹਣਾ ਰੂਪ, ਇਹ ਸਾਰਾ ਕੁਛ ਹੀ ਦੇ ਵਿੱਚ ਜਦੋਂ ਜੀਵ ਰਚਦਾ ਹੈ। ਰਚੰਤ ਮੂੜ ਅਗਿਆਨ ਅੰਧ। ਕਹਿੰਦੇ ਇਹਨਾਂ ਦੇ ਵਿੱਚ ਕੌਣ ਰਚਦਾ ਹੈ? ਮੂੜ ਅਗਿਆਨੀ, ਅੰਧਾ। ਨਾਨਕ ਸੁਪਨ ਮਨੋਰਥ ਮਾਇਆ। ਤੇ ਸਤਿਗੁਰ ਸਮਝਾਉਂਦੇ ਨੇ ਕਿ ਇਹ ਜਿਹੜਾ ਸੰਸਾਰ ਦਾ ਰਾਜ ਭਾਗ, ਸੰਸਾਰ ਦੇ ਰਸ, ਸੰਸਾਰ ਦੀਆਂ ਵਡਿਆਈਆਂ, ਸੋਹਣੀਆਂ ਸੇਜਾਂ, ਸੋਹਣੇ ਕੱਪੜੇ, ਸੋਹਣਾ ਰੂਪ, ਇਹ ਸਾਰਾ ਕੁਛ ਇੱਕ ਸੁਪਨਾ ਹੈ। ਇਹ ਮਾਇਆ ਇੱਕ ਸੁਪਨ ਮਨੋਰਥ ਹੈ। ਇਸ ਕਰਕੇ ਇਸ ਦੇ ਵਿੱਚ ਕੌਣ ਰਚਦਾ ਹੈ? ਅਗਿਆਨੀ ਜੀਵ, ਮੂਰਖ, ਅੰਧਾ। ਸੁਪਨੇ ਹਵ ਰੰਗ ਮਾਣਿਆ, ਮਿੱਠਾ ਲਗੜਾ ਮੋਹ। ਕਹਿੰਦੇ ਸੁਪਨਾ ਹੈ ਸੰਸਾਰ। ਸੁਪਨੇ ਦੇ ਵਿੱਚ ਜੀਵ ਰੰਗ ਮਾਣਦਾ। ਜਿਵੇਂ ਆਪਾਂ ਸੁਪਨੇ ਦੇ ਵਿੱਚ ਕੁਛ ਬਣ ਜਾਈਏ, ਰਾਜਾ ਬਣ ਜਾਈਏ, ਕੁਛ ਸਾਨੂੰ ਦੌਲਤ ਮਿਲ ਜਾਵੇ, ਬੜੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ, ਪਰ ਹੋਵੇ ਸੁਪਨੇ ਦੇ ਵਿੱਚ ਅੱਖ ਖੁੱਲ੍ਹਦੀ ਸਭ ਕੁਛ ਭੁੱਲ ਜਾਂਦਾ ਹੈ। ਏਦਾਂ ਹੀ ਮਨ ਦੇ ਵਾਸਤੇ ਇਹ ਸੰਸਾਰ ਸੁਪਨਾ ਹੈ, ਜਿਹਦੇ 'ਚ ਮਨ ਸਾਡਾ ਰਤਿਆ ਜਾਂਦਾ ਹੈ, ਲੇਕਿਨ ਸਭ ਕੁਛ ਮਾਇਆ ਹੈ। ਸੁਪਨੇ ਦੇ ਵਿੱਚ ਇਸ ਰੰਗ ਨੂੰ ਬੜਾ ਸਮਝਾਉਂਦੇ ਨੇ। ਸੁਪਨੇ ਹਵ ਰੰਗ ਮਾਣਿਆ, ਮਿੱਠਾ ਲਗੜਾ ਮੋਹ, ਨਾਨਕ ਨਾਮ ਵਿਹੂਣੀਆਂ, ਸੁੰਦਰ ਮਾਇਆ ਤੋਂ। ਕਹਿੰਦੇ ਨਾਮ ਤੋਂ ਵਿਹੂਣੀਆਂ, ਇਹ ਸਿਰਫ ਇੱਕ ਜਿਹੜਾ ਸੁੰਦਰ ਸਾਡੀ ਇਹ ਸਰੀਰ ਹੈ, ਇਹ ਧਰੋਹ ਹੈ ਮਨ ਦੇ ਨਾਲ। ਮਨ ਦੇ ਨਾਲ ਕਪਟ ਹੈ ਇਹ। ਜੇ ਮਨ ਸੁੱਤਾ ਹੈ, ਕਿਉਂਕਿ ਸੌਂਦਾ ਕਿਸ ਦੇ ਵਿੱਚ ਹੈ? ਇਹਨਾਂ ਅਵਸਥਾ ਦੇ ਵਿੱਚ ਕਿਸੇ ਨੂੰ ਰਾਜ ਮਿਲ ਜਾਂਦਾ ਹੈ, ਕਿਸੇ ਨੂੰ ਧਨ ਦੌਲਤ ਮਿਲ ਜਾਂਦੀ ਹੈ। ਜਿਹੜਾ ਰਾਜ ਭਾਗ ਹੈ, ਇਹ ਸਾਨੂੰ ਸਮਝਾਇਆ ਹੈ ਕਿ ਨਰਕਾਂ ਨੂੰ, ਰਾਜ ਤੋਂ ਬਾਅਦ ਨਰਕ ਮਿਲਦਾ ਹੈ ਜੀਵ ਨੂੰ। ਤਪ ਤੋਂ ਬਾਅਦ ਰਾਜ, ਰਾਜ ਤੋਂ ਬਾਅਦ ਨਰਕ। ਤਪੋ ਰਾਜ, ਰਾਜੋ ਨਰਕ। ਤੇ ਇਸ ਕਰਕੇ ਸੁਰ ਤੇ ਰਾਜ, ਮਹਾਰਾਜ ਕਹਿੰਦੇ ਨੇ ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਟਰ ਕੋ ਪਰਤੇ। ਕਹਿੰਦੇ ਰਾਜ ਤੋਂ ਬਾਅਦ ਕੀਟ ਬਣਨਾ ਪੈਂਦਾ, ਕੀੜਾ ਬਣਨਾ ਪੈਂਦਾ ਹੈ। ਇਸ ਕਰਕੇ ਇੱਕ ਧਰੋਹ ਹੈ ਮਨ ਦੇ ਨਾਲ ਇਹ ਸਾਰਾ ਕੁਛ ਹੀ। ਅੱਗੇ ਪੌੜੀ ਦੇ ਵਿੱਚ ਸਮਝਾਉਂਦੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਕਹਿੰਦੇ ਸੁਪਨੇ ਨਾਲ ਚਿੱਤ ਕੌਣ ਲਾਉਂਦਾ ਹੈ? ਮੂਰਖ। ਬੜਾ ਖੁਸ਼ ਹੁੰਦਾ ਇਸ ਨੂੰ। ਬਿਸਰੈ ਰਾਜ ਰਸ ਭੋਗ, ਜਾਗਤ ਪਖਲਾਇਆ। ਕਹਿੰਦੇ ਜਿਵੇਂ ਸੁਪਨੇ 'ਚ ਸੁੱਤਾ ਪਿਆ ਜੀਵ ਸੁਪਨਾ ਦੇਖਦਾ ਹੈ, ਜਿਉਂ ਹੀ ਅੱਖ ਖੁੱਲ੍ਹਦੀ ਹੈ ਸਭ ਕੁਝ ਵਿਸਰ ਜਾਂਦਾ ਹੈ। ਏਦਾਂ ਹੀ ਇਹ ਸੰਸਾਰ ਮਾਇਆ ਹੈ। ਜਦੋਂ ਮਨ ਨੇ ਜਾਗਣਾ ਹੈ, ਕੌਣ ਜਗਾਉਂਦਾ ਹੈ? ਜਦੋਂ ਜਮ ਆ ਕੇ ਸਿਰ 'ਚ ਡੰਡਾ ਮਾਰਦੇ ਨੇ, ਫਿਰ ਮਨ ਜਾਗਦਾ ਹੈ। ਜਮ ਕੋ ਡੰਡ ਪਰਿਓ ਸਿਰ ਉੱਪਰ, ਤਾਬ ਸੋਬਤ ਤੇ ਜਾਗਿਓ। ਸੁੱਤਾ ਕਿੱਥੇ ਆ? ਤ੍ਰੈ ਗੁਣੀ ਮਾਇਆ ਦੇ ਵਿੱਚ, ਭਰਮ ਦੇ ਵਿੱਚ ਪਿਆ ਹੈ। ਸੱਚ ਸਮਝ ਲਿਆ ਹੈ ਜੋ ਸੁਪਨਾ ਸੀ,
सच नूं जाणिया नहीं, क्योंकि जदों सच नूं जाण लैंदे हाँ फिर यही सब कुछ साडे वास्ते सच हो जाता है। इस करके समझाउंदे ने, कहंदे जिवें सुपने च कोई मूर्ख चित लाउंदा है, फिर जाग जाता है मन, नींद खत्म हो जाती, मन जागदा है ते वो सारा सुपना विसर जाता है। इदां ही कहंदे इत्थे है, बिसरे राज रस भोग। कहंदे राज रस भोग विसर जांदे, जागत पखलाया। जदों जागदा है जीव, आरजा गई विहाय धंधा ताया। ते इत्थे हुण जिहड़ा मनुख नूं मिलिया है मौका, एक प्रभु नूं मिलण दे वास्ते जिन्ना समा मिलिया सी, जिवें रात बीत जाती है, इदां ही साडी आरजा इत्थों निकल जाती सुपनियां दे विच ही। धंधे ताया, धंधियां दे विच भी फसिया, इसदा जीवन व्यर्थ हो जाता है। पूर्ण भय ना काम मोया माया। कहंदे माया दे मोह च फसिया जीव, जिस कारज वास्ते आया सी, जिस कारज वास्ते मनुखा दे ही प्राप्त होई सी, वो काज पूरा नहीं होंदा। मोह दे विच फसिया, माया दे मोह दे विच फसिया जीव अपना जीवन गवा देंदा है। क्या बेचारा जानता जा आप भुलाया। ते सतगुरु समझाउंदे ने कि जानत दे बस भी की है, जब प्रभु ने ही भुलाया है, क्योंकि उसनूं इन्ना राज भाग दे दिंदा है, धन दौलत दे दिंदा है, उसदे चेता ही नहीं आउंदा कि मैं तां परमेश्वर नूं मिलना सी, उसदी भगती करनी सी। ये प्रभु किवें भुला दिंदा है, जिवें कोई बच्चिआं नूं आपां खेलां दे के खेडां दे विच पा दईए ते बच्चा खेडां च मस्त हो जाता है, माँ बाप अपना काम कर लैंदा है, माँ बाप नूं भुल जाता है, जां बच्चा माँ बाप नूं ज़्यादा तंग करता है, रोंदा है, तो उसनूं खेडां दे देंदे हाँ। इहदा परमेश्वर ने उन्हां नूं एक खेलां दे दित्तियां संसारिक, इस करके उन्हां नूं प्रभु दा चेता ही नहीं आउंदा। अगला श्लोक है, बसंत स्वर्ग लोक जितते पृथ्वी नवखंडन। नौखंड पृथ्वी ते जिन्ने भी लोग वधिया जिंदगी जिउंदे ने, स्वर्गां वर्गी ऐश करदे ने। विश्रांत हर गोपाल है, पर परमेश्वर तो विसरे ने, नानक ते प्राणी उद्यान परम है। कहंदे जानो कि वो एक जंगल दे विच परम दे विच पए होए हन, उलझ के अपने जीवन दे अपने मनोरथ तो उलझ चुके हैं, जिहड़े इस संसार दे विच आके सुखां दे विच फस जाते हैं, प्रभु नूं भुल जाते हैं। कौतक कोट तमाशिया चित न आवसना। इस संसार दे तमाशे देख के, कौतक देख के, चोज तमाशिया नूं देख ही जीव परमेश्वर नूं भुल जाता है, नाम उहदे चित्त विच नहीं वसदा। नानक कोड़ी नरक बराबर उजड़ सोई था। पर कहते ऐसे जीवन की अवस्था की है, गुरबाणी अनुसार कोड़ी है, नरक दे बराबर है। ऐसा जीव उजड़िया होया है, जिमें कोई जीव उजड़ जाता है, क्योंकि मन का जिस घर विच बस के उसने अपना कार्य करना सी, अपने धन नूं कमाउणा सी, मन समझ लो उजड़िया है, कोड़ी है, नरकां दे विच। इत्थे भी दुखी रहिंदा, अगे भी नरकां दे विच वासा पाएगा, जिहड़ा इस कोड़क तमाशियां नूं देख के परमेश्वर दे नाम नूं भुला दिंदा है। क्योंकि आपां नूं देखण तो मना नहीं है कुछ भी, लेकिन प्रभु दी भगती दे नाल नाल आपां हस खेड़ सब कुछ कर सकते, पहन सकते हाँ, खेड़ सकते हाँ, खा पी सकते हाँ, लेकिन प्रभु की भगती नाल नाल जे असीं करते हाँ फिर सारा कुछ प्रवान होंदा है। नहीं तो फिर नरक नूं जाएगा जीव, कोड़ी है, क्योंकि नाम तो बिना मन कोड़ी है। अगे पौड़ी समझाउंदे ने, कहंदे महाभयान उद्यान नगर कर माने। जिसनूं ये सच समझी बैठा, अपना घर समझी बैठा है, ये तां जंगल है, बहुत बड़ा जंगल है, जिहदे च जीव परम दे विच पै चुकिया है। झूठ समगरी पेख सच कर जाने। इत्थे दी जिन्ना भी समगरी है सब झूठी है, एक खिंच बिनस जाती है, पर मन ने इसनूं सच करके मन लिया है।
ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ। ਤੇ ਸੰਗ ਕਿਸ ਦਾ ਕਰ ਲਿਆ? ਕਾਮ ਦਾ, ਕ੍ਰੋਧ ਦਾ, ਹੰਕਾਰ ਦਾ। ਕਹਿੰਦੇ ਏਦਾਂ ਮਨ ਦੀਵਾਨਾ ਹੋ ਗਿਆ, ਇਹਨਾਂ ਦਾ ਸੰਗੀ ਬਣ ਗਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਪਰ ਫਿਰ ਕਦੋਂ? ਜਦੋਂ ਜਮਾ ਨੇ ਆ ਕੇ ਸਿਰ 'ਚ ਡੰਡਾ ਮਾਰਿਆ, ਜਗਾਇਆ ਇਸ ਨੂੰ, ਪੁੱਛਿਆ ਵੀ ਤੂੰ ਕੀ ਕਰਨ ਆਇਆ ਸੀ? ਇੰਨਾ ਸਵਾਸਾ ਰੂਪੀ ਤਨ ਲੈ ਕੇ ਆਇਆ ਸੀ, ਤੂੰ ਕਿੱਥੇ ਖਰਚਿਆ ਹੈ? ਕੀ ਕਮਾਇਆ ਹੈ? ਕਿਆ ਤਾਂ ਖਟਿਆ, ਕਹਾਂ ਗਵਾਇਆ? ਚੱਲ ਸਿਤਿਆਬ ਦੀਵਾਨ ਬੁਲਾਇਆ। ਫਿਰ ਜਮ ਆਉਂਦੇ ਨੇ ਜਦੋਂ, ਕਿਵੇਂ ਆਉਂਦੇ ਨੇ? ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਤੇਰੇ ਅਮਲ ਤੈਂ ਕੀ ਕੀਤਾ ਕਰਮ, ਇਹ ਤੇ ਤੋਂ ਲੇਖਾ ਲਿਆ ਜਾਣਾ ਹੈ ਉਸ ਘਰ ਦੇ ਵਿੱਚ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤਾਂ ਖਟਿਆ, ਕਹਾਂ ਗਵਾਇਆ? ਕੀ ਖਟਿਆ ਇੱਥੇ? ਕਿੱਥੇ ਇਸ ਸਵਾਸਾ ਰੂਪੀ ਤਨ ਨੂੰ ਗਵਾਇਆ ਹੈ? ਚੱਲ ਸਿਤਾਬ ਦੀਵਾਨ ਬੁਲਾਇਆ। ਚੱਲ ਤੈਨੂੰ ਲੈਣ ਵਾਸਤੇ ਆਇਆ ਹਾਂ। ਬੁਲਾਇਆ ਹੈ ਤੈਨੂੰ ਪਰਮੇਸ਼ਰ ਦੇ ਦੀਵਾਨ ਦੇ ਵਿੱਚ। ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਕੇ ਕਾ ਆਇਆ। ਸਾਡੇ ਕੋਲ ਫੁਰਮਾਨ ਹੈ ਚਿੱਠੀ, ਕਿਉਂਕਿ ਚਿੱਠੀ ਫੜਦੀ ਹੈ ਉੱਥੋਂ। ਜਮ ਦਿਖਾਉਂਦੇ ਨੇ ਵੀ ਅਸੀਂ ਆਪ ਨਹੀਂ ਆਏ, ਸਾਨੂੰ ਭੇਜਿਆ ਗਿਆ ਸੀ ਤਾਂ ਆਏ ਹਾਂ। ਆਹ ਫੁਰਮਾਨ ਹੈ ਸਾਡੇ ਕੋਲ। ਚੱਲ ਤੈਨੂੰ ਬੁਲਾਇਆ ਹੈ। ਫਿਰ ਜੀਵ ਜਾਗਦਾ ਹੈ, ਫਿਰ ਪਛਤਾਉਂਦਾ ਹੈ ਵੀ ਉਹ ਮੈਂ ਜੋ ਸੱਚ ਸਮਝੀ ਬੈਠਾ ਤਾਂ ਮੇਰਾ ਹੈ ਹੀ ਨਹੀਂ ਸੀ। ਇਹ ਤਾਂ ਇੱਕ ਸੁਪਨਾ ਸੀ। ਸੁਪਨੇ 'ਚ ਹੀ ਮੈਂ ਆਪਣੀ ਜੀਵਨ ਰੂਪੀ ਰਾਤ ਬਿਤਾ ਦਿੱਤੀ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਕਹਿੰਦੇ ਪੂਰੇ ਗੁਰਦੇਵ ਤੋਂ ਬਿਨਾਂ, ਪੂਰੇ ਗੁਰ ਦੇ ਗਿਆਨ ਤੋਂ ਬਿਨਾਂ ਜੀਵ ਪੰਜਾਂ ਦਾ ਸੰਗੀ ਬਣਿਆ ਰਹਿੰਦਾ, ਸ਼ੈਤਾਨਾਂ ਦਾ ਸੰਗ ਕਰਦਾ ਹੈ ਤੇ ਜੀਵਨ ਗਵਾ ਕੇ ਚਲੇ ਜਾਂਦਾ ਹੈ। ਅੱਗੇ ਫਿਰ ਸਲੋਕ। ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਬਤ ਹੈ। ਕੀ ਕਪਟ ਹੈ ਮਨ ਦੇ ਨਾਲ, ਸਾਡੇ ਨਾਲ? ਇਹ ਰਾਜ ਸੰਸਾਰ ਦਾ ਰਾਜ ਭਾਗ, ਇਹ ਵੀ ਕਪਟ ਹੈ ਮਨ ਦੇ ਨਾਲ। ਕਿਉਂਕਿ ਜਿਵੇਂ ਆਪਾਂ ਪਹਿਲਾਂ ਵਿਚਾਰਿਆ ਕਿ ਰਾਜ ਤੋਂ ਬਾਅਦ ਫਿਰ ਨਰਕ ਮਿਲਣਾ ਹੈ। ਰੂਪ ਕਪਟੰ, ਸੋਹਣਾ ਰੂਪ ਦਾ ਹੰਕਾਰ ਹੋ ਜਾਂਦਾ ਹੈ, ਰਾਜ ਦਾ ਹੰਕਾਰ ਹੋ ਜਾਂਦਾ ਹੈ, ਸੋਹਣੇ ਰੂਪ ਦਾ ਹੰਕਾਰ ਹੋ ਜਾਂਦਾ ਹੈ। ਇਹ ਵੀ ਇੱਕ ਕਪਟ ਹੈ, ਕਿਉਂਕਿ ਜੋ ਅਸਲੀ ਰੂਪ ਸਾਡਾ ਬਹੁਤ ਸੁੰਦਰ ਹੈ ਉਸ ਨੂੰ ਅਸੀਂ ਨਹੀਂ ਜਾਣਦੇ। ਇਸ ਕਰਕੇ ਇਸੇ ਜਿਹੜਾ ਚਮ ਦਾ ਰੂਪ ਹੁੰਦਾ ਹੈ, ਇਸੇ ਨੂੰ ਅਸੀਂ ਹੰਕਾਰ ਕਰ ਲੈਂਦੇ, ਇਸੇ ਨੂੰ ਸੋਹਣਾ ਸਮਝ ਲੈਂਦੇ। ਲੇਕਿਨ ਜੋ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ ਹੈ ਬਹੁਤ ਸੁੰਦਰ ਰੂਪ ਦੇ ਵਿੱਚ, ਬਹੁਤ ਅਨੂਪ ਰੂਪ ਹੈ ਸਾਡਾ, ਉਸ ਨੂੰ ਨਾ ਜਾਣ ਕਰਕੇ ਇਹ ਬਾਹਰੀ ਰੂਪ ਦੇ ਨਾਲ ਹੰਕਾਰ ਦੇ ਵਿੱਚ ਫਸ ਜਾਂਦਾ ਹੈ। ਇਹ ਕਪਟ ਹੈ। ਧਨ ਕਪਟੰ, ਸੰਸਾਰਿਕ ਧਨ ਨੂੰ ਹੀ ਸੱਚ ਸਮਝ ਲੈਂਦਾ ਹੈ। ਇਹ ਵੀ ਕਪਟ ਹੋ ਜਾਂਦਾ ਮਨ ਦੇ ਨਾਲ, ਕਿਉਂਕਿ ਅਸਲੀ ਧਨ ਨੂੰ ਭੁੱਲਿਆ ਰਹਿੰਦਾ ਹੈ। ਕੁਲ ਗਰਬਤ ਹੈ, ਉੱਚੀ ਕੁਲ ਦਾ ਗਰਭ ਹੋ ਜਾਂਦਾ ਹੈ, ਹੰਕਾਰ ਹੋ ਜਾਂਦਾ। ਏਦਾਂ ਜੀਵ ਦੇ ਨਾਲ ਇਹ ਸਾਰਾ ਕੁਛ ਕਪਟ ਹੈ, ਕਿਉਂਕਿ ਆਪਾਂ ਸਾਰੇ ਹੀ ਜੋਤ ਸਰੂਪ ਹਾਂ। ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜਾਤ ਜੋ ਪਰਮੇਸ਼ਰ ਨੇ ਸਾਨੂੰ ਜਿਹੇ ਜਿਹੇ ਕਿੱਤੇ 'ਚ ਭੇਜ ਦਿੱਤਾ, ਕਿਉਂਕਿ ਕਰਮ ਸੀ ਕੀਤਾ ਸੀ, ਉਹ ਜਿਹਾ ਕਿਰਤ ਕਰ ਲੈਣੀ ਚਾਹੀਦੀ ਹੈ ਜੀਵ ਨੂੰ। ਲੇਕਿਨ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਜਾਤ ਦਾ। ਇਹ ਸਾਰਾ ਕਪਟ ਮਤਲਬ ਕਹਿੰਦੇ ਕਪਟ ਹੈ। ਕੁਲ ਕਪਟੰ ਕੁਲ ਧਨ ਕਪਟੰ ਕੁਲ ਗਰਬਤ ਹੈ। ਸਚੰਤ ਵਿਖਿਆ ਛਲੰਗ ਸਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਇੱਥੇ ਦਾ ਧਨ ਦੌਲਤ ਇਕੱਠਾ ਕਰ ਲੈਂਦਾ ਹੈ, ਛਲ ਕਰਦਾ ਹੈ ਲੋਕਾਂ ਦੇ ਨਾਲ, ਪਰ ਕੁਛ ਵੀ ਨਾਲ ਨਹੀਂ ਜਾਂਦਾ। ਨਾਨਕ ਬਿਨ ਹਰ, ਕਿਉਂਕਿ ਪਰਮੇਸ਼ਰ ਤੋਂ ਬਿਨਾਂ, ਹਰੀ ਤੋਂ ਬਿਨਾਂ ਕੁਛ ਵੀ ਨਾਲ ਨਹੀਂ ਚੱਲਦਾ। ਨਾਨਕ ਬਿਨ ਹਰ ਸੰਗ ਨਾ ਚਾਲਤੇ, ਕੁਛ ਵੀ ਚੱਲਣਾ ਨਾਲ। ਪਖੰਦਰੋ ਕੀ ਭੁੱਲ ਤੁਮਾ ਦਿਸਮ ਸੋਹਣਾ। ਜਿਵੇਂ ਤੁਮਾ ਹੈ, ਤੁੰਬਾ ਕਹਿ ਦਿੰਦੇ, ਕੌੜ ਤੁੰਬਾ ਕਹਿ ਦਿੰਦੇ। ਛੋਟਾ ਜਿਹਾ ਇੱਕ ਹੁੰਦਾ ਹੈ ਕੌੜ ਤੁੰਬਾ, ਬੜਾ ਸੋਹਣਾ, ਬੜਾ ਚਮਕਦਾ ਹੁੰਦਾ ਬਾਹਰੋਂ, ਪਰ ਕੌੜਾ ਬਹੁਤ ਹੁੰਦਾ ਹੈ, ਕੀਮਤ ਨਹੀਂ ਪੈਂਦੀ ਉਸਦੀ। ਕਹਿੰਦੇ ਇਵੇਂ ਹੀ ਅਸੀਂ ਆਪਣੇ ਰੂਪ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਾਂ ਵੀ ਬੜਾ ਸੋਹਣਾ ਰੂਪ ਹੈ,
पर यही फिर अगे जाके पता लगता जदों इसने खत्म हो जाना है, सब सर जाना है। अड ना लहंदड़ो मुल, नानक साथ ना जुली माया। कहते इत्थे दा धन दौलत नाल नहीं चलदा, ये रूप भी नाल नहीं जाना, ये रूप भी इत्थे ही खत्म हो जाना, इसकी कोई भी अगे कीमत नहीं है। प्रभु दे कोल ये रूप की कोई कीमत नहीं है, क्योंकि प्रभु दे दर ते जोत की कीमत है। वो जोत दे नाल प्रेम करता है, तन दे नाल प्रेम नहीं करता। रूपवंत होए ना ही मोह है, प्रभु की जोत सगल काट सो है। धनवंता होए क्या को घर बैचा, सब किस तिसका दिया दरब। अत सूरज जे को कहावे, प्रभु की कला बिना कहता हवे। जे को हो बह दातार, तिस देन हार जाने का वार। जिस गुर प्रसाद टूटे हो रोग, नानक सो जन सदा आरोग। इस करके कहते कुछ भी नाल नहीं चलता, अगे इसकी कोडी भी कीमत नहीं पैंदी। अगे पौड़ी समझाते ने, कहते चलदियां नाल ना चलै सो क्यों संजीए। फिर जिस जीव ने साडे नाल चलना ही नहीं अगे जाके, इत्थे साडा झूठ है, क्योंकि पता ही नहीं किहड़ा आखिरी सवास है, कदों छड़ जाना है, कदों जाना पै जाना है, ते नाल जाना नहीं इस चीज़ ने। कहते फिर क्यों इसनूं इकट्ठा करते हो। चलदियां नाल ना चलै सो क्यों संजीए, उन्होंने क्यों संजदे, उसनूं क्यों इकट्ठा करते हो। तिसका कहो क्या जतन जिसते वंजी है। कहते ओ जतन करो जिहदे द्वारा आप उस परमेश्वर नूं मिलना है ते इस माया तो रहित होना है। हर बिसरिया क्यों तृपतावे, ना मन रंजीए। कहते क्यों मन नूं ये भोरा भी दुख नहीं होंदा, प्रभु तो बिसरिया किवें तृप्त हो सकता है। क्यों इस कूड़ दे नाल रत्या है, क्योंकि अगे सुख नहीं मिलना, तृप्ति नहीं होनी, मन भुखा ही भुखा रहना है, भुख लगी रहती है, क्योंकि मन का भोजन नाम है। इस करके कहते हरि बिसरिया क्यों तृप्तावे, तृप्त नहीं हो सकता। ना मन रंजीए, ते ना मन नूं तो दी प्यास खत्म होएगी, ना भुख खत्म होएगी। प्रभ छोड़ आन लागे नरक समझिए। प्रभु नूं छड्ड के जो होर किसी भी चीज़ नाल जुड़दा है ते उस नूं नरक दे विच जाना पैना है, उस नूं नरक प्राप्त होने ने। हो कृपाल दयाल नानक पाओ पंजीए। ते जदों प्रभु कृपा करता किसी जीव ते, उन्हां नूं फिर अपनी सोजी देंदा है, उन्हां दा भै डर खत्म कर देंदा है, क्योंकि उन्हां नूं सच्चा धन बख्शिश कर देंदा है, जिहदे नाल जिहड़ा साडे कोल इत्थे भी काम आउंदा ते नाल भी चलदा है। अगे फिर सलोक। नच राज सुख मिष्टन, नच भोग रस मिष्टन, नच मिष्टन सुख माया। ते समझाउंदे ने कि जिहड़ा राज है, इत्थे भी राज दे विच भी बहुते सुख नहीं प्राप्त हुंदे जीव नूं। नच भोग रस मिष्टन, भोगां दे नाल भी जिहड़ा मन है, जिहड़ा उसनूं तृप्त नहीं हुंदा। नच मिष्टन सुख माया, ते ये माया भी मन दे वास्ते मिठी नहीं है। कदों इस ज्ञान होता है, कदों सानू पता लगता भी नहीं ये कुछ भी, जिवें भगतां ने भगती करके दसिया कि जो सुख गुर प्रभ गोबिंद की सेवा, जो सुख गुरु गोबिंद की सेवा सो सुख राज ना लहिया। कहते राज भाग दे विच भी सुख नहीं है। बहुत सारे ऐसे राजे होए ने जिन्हां राज भाग त्याग के भगती दे मार्ग ते चले ने, जिवें महात्मा बुद्ध जी होए ने। सिद्धार्थ नाम दे राजा सी पहला। इदां ही गुरबाणी दे विच पीपे नूं भी दसदे कि पीपा भी राजा सी। होर भी ऐसे बहुत सारे राजे होए ने जिन्हां राज भाग त्याग के भगती कीती है।
ਤੇ ਉਹਨਾਂ ਦੇਖਿਆ ਵੀ ਨਹੀਂ, ਇਹ ਕੁਛ ਵੀ ਮਿੱਠਾ ਨਹੀਂ ਸੰਸਾਰ ਦੇ ਵਿੱਚ, ਇਹ ਸੁੱਖ ਬਹੁਤੀ ਦੇਰ ਸੁੱਖ ਨਹੀਂ ਦੇਂਦੇ। ਮਿਸ਼ਟੰਗ ਸਾਧ ਸੰਗ ਹਰ ਨਾਨਕ, ਦਾਸ ਮਿਸ਼ਟੰਗ ਪ੍ਰਭ ਦਰਸ਼ਨੰ। ਸਭ ਤੋਂ ਵਧੀਆ ਕੀ ਹੈ? ਸਭ ਤੋਂ ਵਧੀਆ ਜੀਵਨ ਦੇ ਵਿੱਚ ਮਿੱਠਾ ਕੀ ਹੈ? ਸਾਧੂ ਜਨਾਂ ਦਾ ਸੰਗ, ਜਿੱਥੇ ਹਰੀ ਪਰਮੇਸ਼ਰ ਦੀ ਭਗਤੀ। ਮਿਸ਼ਟੰਗ ਸਾਧ ਸੰਗ ਹਰ ਨਾਨਕ, ਜਿੱਥੇ ਹਰੀ ਦਾ ਮਿਲਾਪ ਹੋ ਜਾਂਦਾ ਹੈ। ਮਿਸ਼ਟੰਗ ਦਾਸ ਮਿਸ਼ਟੰਗ ਪ੍ਰਭ ਦਰਸ਼ਨੰ। ਤੇ ਕਹਿੰਦੇ ਪ੍ਰਭੂ ਦੇ ਦਰਸ਼ਨਾਂ ਦੁਆਰਾ ਉਹਦੇ ਦਾਸਾਂ ਨੂੰ ਪ੍ਰਭੂ ਦੇ ਦਰਸ਼ਨ ਹੀ ਮਿੱਠੇ ਲੱਗਦੇ ਨੇ। ਸਾਧੂ ਜਨਾਂ ਦਾ ਸੰਗ ਕਰਕੇ ਹੋਰ ਕੁਛ ਵੀ ਮਿੱਠਾ ਨਹੀਂ ਲੱਗਦਾ, ਜਿਨ੍ਹਾਂ ਨੂੰ ਪ੍ਰਭੂ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਲੱਗੜਾ ਸੋ ਨੇ ਮਨ ਮਝਾਹੂ ਰਤਿਆ, ਜਿਨ੍ਹਾਂ ਨੂੰ ਪ੍ਰਭੂ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ, ਉਹਦੇ ਰੰਗ ਚ ਰਤੇ ਜਾਂਦੇ ਨੇ। ਬਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਨੀ। ਕਹਿੰਦੇ ਉਹਨਾਂ ਦੇ ਵਾਸਤੇ ਫਿਰ ਸਾਰਾ ਹੀ ਪ੍ਰਭੂ ਦਾ ਨਾਮ ਹੀ ਉਹ ਧਨੀ ਹੀ ਮਿੱਠਾ ਹੈ। ਇਸ ਕਰਕੇ ਜਦੋਂ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਮਨ, ਫਿਰ ਉਹ ਸੱਚੇ ਧਨ ਦੇ ਨਾਲ ਜੁੜ ਜਾਂਦਾ ਹੈ, ਕੂੜ ਦੇ ਧਨ ਨੂੰ ਛੱਡ ਦਿੰਦਾ, ਕਿਉਂਕਿ ਫਿਰ ਉਹੀ ਮਿੱਠਾ ਹੈ ਮਨ ਦੇ ਵਾਸਤੇ। ਬਿਦੜੋ ਸੱਚ ਥੋਕ, ਸੱਚਾ ਥੋਕ, ਸੱਚਾ ਪਦਾਰਥ, ਉਹਦੇ ਵਿੱਚ ਮਨ ਵਿਦਿਆ ਜਾਂਦਾ ਹੈ, ਵੇਦਿਆ ਜਾਂਦਾ ਹੈ, ਉਹੀ ਉਹਨਾਂ ਨੂੰ ਮਿੱਠਾ ਲੱਗਦਾ ਹੈ। ਨਾਨਕ ਮਿੱਠੜਾ ਸੋ ਧਨੀ, ਉਹੀ ਪਿਆਰਾ ਲੱਗਦਾ ਹੈ। ਅੱਗੇ ਪੌੜੀ ਸਮਝਾਉਂਦੇ ਨੇ, ਹਰ ਬਿਨ ਕਛੂ ਨ ਲਾਗਈ ਭਗਤਨ ਕੋ ਮਿੱਠਾ। ਕਹਿੰਦੇ ਪ੍ਰਭੂ ਦੇ ਭਗਤਾਂ ਨੂੰ ਹਰੀ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਕੁਛ ਵੀ ਮਿੱਠਾ ਨਹੀਂ ਲੱਗਦਾ। ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ। ਕਹਿੰਦੇ ਉਹਨਾਂ ਨੇ ਸਾਰਾ ਨਿਰਣਾ ਕਰਕੇ ਦੇਖਿਆ ਜਦ, ਹੋਰ ਸਾਰੇ ਸਵਾਦ ਫਿੱਕੇ ਨੇ ਪ੍ਰਭੂ ਦੇ ਆਨੰਦ ਤੋਂ। ਆਨੰਦ ਦੇ ਅੱਗੇ ਸਭ ਕੁਛ ਫਿੱਕਾ ਹੈ, ਸਭ ਕੁਛ, ਕੋਈ ਵੀ ਚੀਜ਼ ਉੱਥੇ ਤੱਕ ਨਹੀਂ ਪੁੱਜਦੀ। ਇਸ ਕਰਕੇ ਮਿੱਠਾ ਕੀ ਹੈ? ਪ੍ਰਭੂ ਦਾ ਪਿਆਰ, ਪ੍ਰਭੂ ਦੇ ਦਰਸ਼ਨ, ਪ੍ਰਭੂ ਦੀ ਭਗਤੀ। ਅਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਠਾ। ਪਰ ਕਿਹਨਾਂ ਜੀਵਾਂ ਨੂੰ ਇਹ ਗਿਆਨ ਹੁੰਦਾ? ਜਿਨ੍ਹਾਂ ਨੂੰ ਗੁਰ ਨੇ ਅਗਿਆਨਤਾ ਤੇ ਭਰਮ ਕੱਢ ਦਿੱਤਾ, ਦੁੱਖ ਖਤਮ ਹੋ ਗਿਆ, ਤੇ ਜਿਨ੍ਹਾਂ ਦੇ ਹਿਰਦੇ ਚ ਗੁਰ ਦਾ ਵਾਸਾ ਹੋ ਗਿਆ। ਗੁਰ ਭਏ ਬਸੀਠਾ, ਗੁਰ ਹਿਰਦੇ ਦੇ ਵਿੱਚ ਵਸ ਗਿਆ, ਤੇ ਅਗਿਆਨ ਅੰਧੇਰਾ ਭਰਮ ਸਭ ਦੂਰ ਹੋ ਗਿਆ। ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ। ਕਹਿੰਦੇ ਉਹਨਾਂ ਆਪਣੇ ਮਨ ਨੂੰ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਏਦਾਂ ਜੋੜ ਦਿੱਤਾ, ਜਿੱਥੋਂ ਉਸ ਨੂੰ ਨਾਮ ਦਾ ਰੰਗ, ਜੋ ਮਜੀਠ ਦਾ ਰੰਗ ਹੈ, ਉਹ ਚੜ ਗਿਆ, ਜਿੱਥੇ ਫਿਰ ਜਾ ਕੇ ਉਹਨਾਂ ਨੂੰ ਹੋਰ ਕੁਛ ਵੀ ਉਸ ਪ੍ਰਭੂ ਦੀ ਭਗਤੀ ਦੇ ਅੱਗੇ ਕੁਛ ਵੀ ਮਿੱਠਾ ਨਹੀਂ ਲੱਗਦਾ। ਉੱਥੇ ਸਾਰਾ ਕੁਛ ਹੀ ਫਿੱਕਾ ਪੈਂਦਾ ਹੈ। ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੈ ਸਭ ਝੂਠਾ। ਉਹਨਾਂ ਜੀਵਾਂ ਦਾ ਪ੍ਰਾਣ ਵੀ, ਤਨ ਮਨ ਸਭ ਪ੍ਰਭੂ ਦਾ ਹੋ ਜਾਂਦਾ ਹੈ, ਪ੍ਰਭੂ ਤੋਂ ਬਿਨਾਂ ਹੋਰ ਨਹੀਂ ਲੋਚਦੇ। ਇਸ ਕਰਕੇ ਹੋਰ ਸਾਰਾ ਕੁਛ ਜੋ ਝੂਠ ਹੈ ਉਹਨਾਂ ਨੂੰ ਬਿਨਸ ਜਾਂਦਾ ਹੈ। ਅੱਗੇ ਸ਼ਲੋਕ ਫਿਰ, ਤਿਆਗਤ ਜਲੰਗ ਨਹਿ ਜੀਵ ਮੀਨੰ, ਨਹਿ ਤਿਆਗ ਚਾਤਰੰਗ ਮੇਘ ਮੰਡਲ ਹੈ। ਬਾਨ ਵਿਦੰਚ ਕੁਰੰਕ ਨਾਦੰਗ ਅਲਬੰਦਨ ਕੁਸਮ ਬਾਸਨਾ। ਹੁਣ ਇੱਥੇ ਪ੍ਰੇਮ ਦੀ ਗੱਲ ਆਈ ਹੈ ਕਿ ਮੱਛੀ ਜਿਹੜੀ ਹੈ ਉਸ ਨੂੰ ਪਾਣੀ ਦੇ ਨਾਲ ਇੰਨਾ ਪ੍ਰੇਮ ਹੈ ਕਿ ਉਸ ਤੋਂ ਬਿਨਾਂ ਨਹੀਂ ਜੀਵਨ ਉਸਦਾ, ਉਸ ਨੂੰ ਤਿਆਗ ਨਹੀਂ ਸਕਦੀ। ਕਿਉਂਕਿ ਜੇ ਪਾਣੀ ਤਿਆਗ ਦਿੱਤਾ ਤੇ ਉਸਦਾ ਜੀਵਨ, ਉਹ ਜੀਵਤ ਨਹੀਂ ਰਹਿ ਸਕਦੀ। ਏਦਾਂ ਹੀ ਨਹਿ ਤਿਆਗ ਚਾਤਰਿਕ ਮੇਘ ਮੰਡਲ ਹੈ, ਏਦਾਂ ਹੀ ਚਾਤਰਿਕ ਹੈ, ਬਬੀਹਾ ਹੈ, ਕਿਉਂਕਿ ਉਸਦਾ ਪਿਆਰ ਹੀ ਬਰਖਾ ਦੇ ਨਾਲ ਹੈ, ਬੱਦਲ ਦੇ ਨਾਲ ਹੈ। ਇਸ ਕਰਕੇ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ, ਉਸ ਨੂੰ ਤਿਆਗ ਨਹੀਂ ਸਕਦਾ, ਉਸਦਾ ਹੀ ਪ੍ਰੇਮ ਹੈ ਉਸ ਨੂੰ। ਬਾਨ ਬੇਦਾਂਚ ਕੁਰੰਕ ਨਾਦੰ, ਏਦਾਂ ਹੀ ਜਿਹੜਾ ਹਿਰਨ ਹੈ, ਇਸ ਨੂੰ ਨਾਦ ਦੇ ਨਾਲ ਪਿਆਰ ਹੈ। ਬੇਸ਼ੱਕ ਇਸ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ, ਪਰ ਫਿਰ ਵੀ ਇਸ ਨੂੰ
ਨਾਦ ਦੇ ਨਾਲ ਪਿਆਰ ਹੈ। ਅਲ ਬੰਧਨ ਕੁਸੁਮ ਵਾਸਨਾ, ਏਦਾਂ ਹੀ ਭੌਰਾ ਹੈ ਕਮਲ ਦੇ ਫੁੱਲ ਦੀ ਵਾਸ਼ਨਾ ਦੇ ਵਿੱਚ। ਪਿਆਰ ਹੈ, ਉਸ ਨੂੰ ਛੱਡ ਨਹੀਂ ਸਕਦਾ। ਬੇਸ਼ੱਕ ਕਮਲ ਦਾ ਫੁੱਲ ਬੰਦ ਹੋ ਜਾਂਦਾ, ਰਾਤ ਨੂੰ ਭੌਰਾ ਵਿੱਚ ਹੀ ਮਰ ਜਾਂਦਾ, ਜਾਨ ਦੇ ਦਿੰਦਾ, ਪ੍ਰਾਣ ਦੇ ਦਿੰਦਾ ਹੈ, ਪਰ ਛੱਡ ਨਹੀਂ ਸਕਦਾ, ਤਿਆਗ ਨਹੀਂ ਸਕਦਾ, ਕਿਉਂਕਿ ਪ੍ਰੇਮ ਹੀ ਐਸਾ ਹੈ। ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਨਾ ਰੁਚਦੇ। ਏਦਾਂ ਹੀ ਜਿਹੜੇ ਸੰਤ ਨੇ ਉਹ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਰਤੇ ਰਹਿੰਦੇ ਨੇ, ਤੇ ਉਹਨਾਂ ਦੀ ਵੀ ਹੋਰ ਕੋਈ ਰੁਚੀ ਨਹੀਂ ਹੁੰਦੀ, ਹੋਰ ਕਿਤੇ ਕਿਸੇ ਰੁਚੀ ਦੇ ਵਿੱਚ ਨਹੀਂ ਪੈਂਦੇ, ਸਿਰਫ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਉਹ ਰਤੇ ਰਹਿੰਦੇ ਨੇ। ਜਿਵੇਂ ਮੱਛੀ ਪਾਣੀ ਦੇ ਨਾਲ ਪ੍ਰੇਮ ਕਰਦੀ ਹੈ, ਚਾਤਰਿਕ ਬੱਦਲ ਵਰਖਾ ਦੇ ਨਾਲ ਪ੍ਰੇਮ ਕਰਦਾ ਹੈ, ਏਦਾਂ ਹੀ ਹਿਰਨ ਹੈ ਜਿਹੜਾ ਨਾਦ ਦੇ ਨਾਲ ਪ੍ਰੇਮ ਕਰਦਾ ਹੈ, ਭੌਰਾ ਸੁਗੰਧੀ ਦੇ ਨਾਲ ਪ੍ਰੇਮ ਕਰਦਾ ਹੈ। ਏਦਾਂ ਹੀ ਮਨ ਜਿਹੜੇ ਸੰਤ ਨੇ ਉਹ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਪ੍ਰੇਮ ਕਰਦੇ ਨੇ, ਉਸ ਦੇ ਚਰਨ ਕਮਲਾਂ ਦੇ ਭੌਰੇ ਨੇ, ਹੋਰ ਕੁਛ ਵੀ ਉਹਨਾਂ ਦੇ ਵਾਸਤੇ ਹੋਰ ਕੋਈ ਵੀ ਰੁਚੀ ਨਹੀਂ ਹੈ। ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਨਾ ਰੁਚਦੇ। ਮੁਖ ਦਿਖਾਊ ਪਲਕ ਛੱਡ, ਆਨ ਨਾ ਡੇਉ ਚਿਤ, ਜੀਵਨ ਸੰਗਮ ਤਿਸਤਨੀ, ਹਰ ਨਾਨਕ ਸੰਤਾ ਮਿਤ। ਕਹਿੰਦੇ ਉਹ ਪ੍ਰਭੂ ਦੇ ਦਰਸ਼ਨ ਕਰਕੇ ਬਸ ਇੱਕੋ ਆਸਾ ਹੈ, ਪ੍ਰਭੂ ਨੇਮ ਕਪਾਲ ਸਾਨੂੰ ਦਰਸ਼ਨ ਦੇ ਦੇ ਆਪਣੇ, ਅਸੀਂ ਆਪਣਾ ਚਿੱਤ ਇਹਨੂੰ ਸੌਂਪ ਦਿੰਦੇ ਹਾਂ, ਤੂੰ ਸਾਡੇ ਚਿੱਤ ਦੇ ਵਿੱਚ ਵਸ ਜਾ। ਕਿਉਂਕਿ ਹੋਰ ਸਾਡੇ ਚਿੱਤ ਨੂੰ ਕੋਈ ਚੀਜ਼ ਪਾਉਂਦੀ ਨਹੀਂ ਹੈ। ਜੀਵਨ ਸੰਗਮ ਤਿਸਤਨੀ, ਹਰ ਨਾਨਕ ਸੰਤਾ ਮਿਤ। ਕਹਿੰਦੇ ਹਰੀ ਦੇ ਸੰਤਾਂ ਦਾ ਮਿੱਤਰ ਪਰਮੇਸ਼ਰ ਹੈ, ਉਹਨਾਂ ਦਾ ਜੀਵਨ ਹੀ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਵਿੱਚ ਪ੍ਰੇਮ ਕਰਕੇ ਚਰਨ ਕਮਲਾਂ ਦੇ ਵਿੱਚ ਜੁੜ ਕੇ ਜੀਵਨ ਬਣ ਜਾਂਦਾ ਹੈ ਭਗਤਾਂ ਦਾ। ਉਸ ਤੋਂ ਬਿਨਾਂ ਨਹੀਂ ਰਹਿ ਸਕਦੇ, ਕਿਸੇ ਵੀ ਚੀਜ਼ ਤੋਂ ਬਿਨਾਂ ਰਹਿ ਸਕਦੇ ਹਨ ਜਿਨ੍ਹਾਂ ਦਾ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਕਿਸੇ ਵੀ ਚੀਜ਼ ਤੋਂ ਬਿਨਾਂ ਰਹਿ ਸਕਦੇ ਨੇ, ਪ੍ਰਭੂ ਦੇ ਭਗਤੀ ਤੋਂ ਪ੍ਰੇਮ ਤੋਂ ਬਿਨਾਂ ਉਹ ਨਹੀਂ ਰਹਿ ਸਕਦੇ। ਅੱਗੇ ਪੌੜੀ ਸਮਝਾਉਂਦੇ ਨੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਕਹਿੰਦੇ ਜਿਵੇਂ ਮੱਛੀ ਹੈ ਪਾਣੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦੀ, ਕਿਉਂਕਿ ਪ੍ਰੇਮ ਹੀ ਪਾਣੀ ਦੇ ਨਾਲ ਹੈ, ਉਸਦਾ ਪਾਣੀ ਤੋਂ ਵਿਛੜ ਕੇ ਤੜਫਦੀ ਹੈ। ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੇ। ਏਦਾਂ ਚਾਤਰਿਕ ਹੈ, ਕਹਿੰਦੇ ਬੂੰਦ ਤੋਂ ਸੁਵੰਤੀ ਬੂੰਦ, ਵਰਖਾ ਦੀ ਬੂੰਦ ਤੋਂ ਬਿਨਾਂ ਕਿਵੇਂ ਤ੍ਰਿਪਤ ਹੋ ਸਕਦਾ ਹੈ, ਕਿਉਂਕਿ ਉਹਦੀ ਚਾਹਤ ਹੀ ਵਰਖਾ ਦੀ ਬੂੰਦ ਹੈ, ਵਰਖਾ ਹੈ, ਅੰਮ੍ਰਿਤ ਰੂਪੀ ਵਰਖਾ ਵਰਸਦੀ ਹੈ, ਉਸ ਤੋਂ ਬਿਨਾਂ ਤ੍ਰਿਪਤ ਨਹੀਂ ਹੁੰਦਾ। ਨਾਦ ਕੁਰੰਕ ਕੇ ਬੇਦਿਆ ਸਨਮੁਖ ਉੱਠਦਾ ਹੈ। ਏਦਾਂ ਹਿਰਨ ਹੈ, ਕੁਰੰਕ ਜਿਹਨੂੰ ਕਹਿ ਦਿੱਤਾ ਹੈ, ਮਿਰਗ ਕਹਿ ਦਿੱਤਾ ਹੈ, ਉਹ ਮਿਰਗ ਦੌੜਦਾ ਹੈ ਜਿੱਧਰ ਨਾਦ ਵਜਾਉਂਦਾ ਹੈ ਸ਼ਿਕਾਰੀ, ਉਸਨੂੰ ਫੜਨ ਦੇ ਵਾਸਤੇ ਉਧਰ ਨੂੰ ਦੌੜਦਾ, ਉਹਦੇ ਸਨਮੁਖ ਹੋ ਕੇ ਭੱਜਦਾ ਹੈ, ਕਿਉਂਕਿ ਪਿਆਰ ਹੈ ਉਸਦੇ ਨਾਲ। ਉਸਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕਪਟ ਹੋਣਾ ਹੈ, ਮੈਨੂੰ ਸ਼ਿਕਾਰੀ ਨੇ ਮੇਰੀ ਜਾਨ ਲੈਣੀ ਹੈ, ਕਿਉਂਕਿ ਉਹ ਪ੍ਰੇਮ ਕਰਦਾ ਉਸਦੇ ਨਾਲ। ਪਰ ਇਹ ਸਾਰਾ ਪ੍ਰੇਮ ਇੱਕ ਤਰਫਾ ਹੈ। ਪਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ। ਏਦਾਂ ਭੌਰਾ ਹੈ, ਕਹਿੰਦੇ ਲੋਭੀ ਹੈ, ਕੁਸਮ ਬਾਸ ਦੇ ਨਾਲ ਇੰਨਾ ਪਿਆਰ ਕਰਦਾ, ਲੋਭ ਚ ਭੱਜ ਜਾਂਦਾ, ਆਪ ਨੂੰ ਖੁਦ ਨੂੰ ਬੰਧਨ ਦੇ ਵਿੱਚ ਪਾ ਲੈਂਦਾ ਹੈ। ਪੱਤੀਆਂ ਬੰਦ ਹੋ ਜਾਂਦੀਆਂ ਕਮਲ ਦੇ ਫੁੱਲ ਦੀਆਂ, ਤੇ ਭੌਰਾ ਵਿੱਚ ਹੀ ਰਹਿ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ, ਕਿਉਂਕਿ ਲੋਭੀ ਹੈ ਬਾਸ਼ਨਾ ਦਾ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੇ। ਏਦਾਂ ਜਿਹੜੇ ਹਰੀ ਪਰਮੇਸ਼ਰ ਦੇ ਸੰਤ ਨੇ, ਉਹਨਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤ ਹੈ, ਉਹ ਪ੍ਰਭੂ ਦੇ ਦਰਸ਼ਨਾਂ ਨਾਲ ਹੀ ਤ੍ਰਿਪਤ ਹੁੰਦੇ ਨੇ, ਕਿਉਂਕਿ ਪ੍ਰੇਮ ਹੈ ਜਿੱਥੇ, ਉੱਥੇ ਫਿਰ ਉਹੀ ਚੀਜ਼ ਉਸਨੂੰ ਬਸ ਹਰ ਸਮੇਂ ਉਹੀ ਮਨ ਦੇ ਵਿੱਚ ਚੱਲਦੀ ਹੈ, ਉਹੀ ਅੱਖਾਂ ਦੇ ਮੂਹਰੇ ਰਹਿੰਦੀ ਹੈ। ਅਗਲਾ ਸ਼ਲੋਕ। ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨਾ, ਨਾਨਕ ਨਹਿ ਬਿਸਰੰਤ ਨਾਮ ਅਚੁੱਤ,
ਨਾਨਕ ਆਸ ਪੂਰਨ ਪਰਮੇਸ਼ਰ ਹੈ। ਕਹਿੰਦੇ ਜੀਵ ਉਹ ਭਗਤ ਜਨ ਨੇ ਜਿਹੜੇ ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਹਰ ਵਕਤ ਚਿੱਤ ਜੋੜ ਕੇ ਰੱਖਦੇ ਨੇ, ਚਿਤਵਦੇ ਰਹਿੰਦੇ ਨੇ, ਹਰ ਸਵਾਸ ਦੇ ਨਾਲ ਉਸ ਨੂੰ ਅਰਾਧਦੇ ਨੇ। ਸਾਸ ਸਾਸ ਅਰਧ ਨੇ, ਨਹਿ ਬਿਸਰੰਤ ਨਾਮ ਅਚੁੱਤ। ਉਹਨਾਂ ਨੂੰ ਕਦੇ ਵੀ ਨਾਮ ਵਿਸਰਦਾ ਨਹੀਂ ਹੈ। ਉਹ ਅਚੁੱਤ ਨਾਮ ਜੋ ਹੈ, ਜੇ ਹਰ ਸਮੇਂ ਉਹਨਾਂ ਦੇ ਮਨ ਵਿੱਚ ਵਸ ਜਾਂਦਾ, ਉਹਨਾਂ ਨੂੰ ਵਿਸਰਦਾ ਨਹੀਂ ਹੈ। ਨਾਨਕ ਆਸ ਪੂਰਨ ਪਰਮੇਸ਼ਰ ਹੈ, ਕਿਉਂਕਿ ਉਹਨਾਂ ਦੀ ਆਸਾ ਨੂੰ ਪਰਮੇਸ਼ਰ ਪੂਰੀ ਕਰ ਦਿੰਦਾ ਹੈ ਤੇ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ। ਉਹਨਾਂ ਨੂੰ ਵਿਸਰਦਾ ਨਹੀਂ, ਉਹਨਾਂ ਦਾ ਚਿੱਤ ਉਸ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਸਾਸ ਸਾਸ ਉਸ ਨੂੰ ਅਰਾਧਦੇ ਨੇ। ਸੀਤਲਾ ਮਨ ਮਜਾਹੇ ਪਲਕ ਨਾ ਥੀਵੇ ਬਾਹਰਾ। ਕਹਿੰਦੇ ਮਨ ਨੂੰ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਏਦਾਂ ਸੀ ਦਿੰਦੇ ਨੇ, ਏਦਾਂ ਜੋੜ ਦਿੰਦੇ ਨੇ ਕਿ ਇੱਕ ਪਲਕ ਵੀ ਉਸ ਤੋਂ ਬਾਹਰ ਨਹੀਂ ਰਹਿੰਦਾ। ਨਾਨਕ ਆਸਰੀ ਨਿਵਾਹੇ ਸਦਾ ਪਖੰਦੋ ਸਚ ਧਨੀ। ਕਹਿੰਦੇ ਆਸਾ ਹੈ ਪ੍ਰਭੂ ਦੇ ਦਰਸ਼ਨਾਂ ਦੀ, ਤੇ ਪਰਮੇਸ਼ਰ ਉਸ ਦੇ ਦਰਸ਼ਨਾਂ ਦੀ ਜਿਹੜੀ ਆਸਾ ਹੈ ਪੂਰੀ ਕਰ ਦਿੰਦਾ ਹੈ। ਫਿਰ ਸਦਾ ਹੀ ਉਹ ਜੀਵ ਉਸ ਸੱਚ ਨੂੰ, ਪਰਮੇਸ਼ਰ ਨੂੰ ਦੇਖਦਾ ਹੈ, ਦਰਸ਼ਨ ਕਰਦਾ ਹੈ। ਪੌੜੀ ਹੈ, ਪੌੜੀ ਦੇ ਵਿੱਚ ਸਮਝਾਉਂਦੇ ਨੇ ਆਸਾਵੰਤੀ ਆਸ ਗੁਸਾਈ ਪੂਰੀ ਹੈ। ਜਿਸ ਦੇ ਅੰਦਰ ਆਸਾ ਹੈ ਪ੍ਰਭੂ ਦੀ, ਉਸ ਦੇ ਦਰਸ਼ਨਾਂ ਦੀ, ਉਸ ਦੀ ਆਸਾ ਆਪ ਪ੍ਰਭੂ ਪੂਰੀ ਕਰਦਾ ਹੈ। ਪਰ ਆਸਾ ਹੋਵੇ, ਹੋਰ ਆਸਾ ਨਾ ਹੋਵੇ ਕੋਈ, ਪ੍ਰਭੂ ਦੀ ਦਰਸ਼ਨਾਂ ਦੀ ਆਸ ਹੋਵੇ, ਪ੍ਰਭੂ ਦੀ ਭਗਤੀ ਦਾ ਮਨ ਦੇ ਵਿੱਚ ਚਾਅ ਹੋਵੇ, ਪ੍ਰਭੂ ਦੀ ਸਿਫਤ ਸਲਾਹ ਦਾ ਚਾਅ ਹੋਵੇ, ਉਹਨਾਂ ਦੀ ਆਸਾ ਪ੍ਰਭੂ ਆਪ ਪੂਰੀ ਕਰਦਾ ਹੈ। ਆਸਾਵੰਤੀ ਆਸ ਗੁਸਾਈ ਪੂਰੀ ਹੈ। ਮਿਲ ਗੋਪਾਲ ਗੋਬਿੰਦ ਨਾ ਕਭੂ ਚੂਰੀ ਹੈ। ਕਿਉਂਕਿ ਜਿਹਦੇ ਅੰਦਰ ਆਸਾ ਹੈ ਉਸ ਨੂੰ ਪ੍ਰਭੂ ਆਸਾ ਪੂਰੀ ਕਰਦਾ ਹੈ, ਉਸ ਨੂੰ ਪ੍ਰਭੂ ਦਾ ਮਿਲਾਪ ਹੁੰਦਾ ਹੈ, ਫਿਰ ਕਦੇ ਚੂਰਨਾ ਨਹੀਂ ਪੈਂਦਾ। ਦੇਹ ਦਰਸ ਮਨ ਚਾਉ ਲੈ ਜਾਏ ਵਿਸੂਰੀ ਹੈ। ਜਿਨ੍ਹਾਂ ਦੇ ਅੰਦਰ ਚਾਅ ਹੈ ਉਹਨਾਂ ਨੂੰ ਪ੍ਰਭੂ ਦਰਸ਼ਨ ਦਿੰਦਾ ਹੈ। ਉਹਨਾਂ ਦੇ ਅੰਦਰੋਂ ਸਾਰਾ ਚੋਰਾ, ਸਾਰਾ ਚਿੰਤਾ, ਸਭ ਕੁਛ ਖਤਮ ਹੋ ਜਾਂਦਾ ਹੈ। ਹੋਏ ਪਵਿੱਤਰ ਸਰੀਰ ਚਰਨਾਂ ਤੂਰੀ ਹੈ। ਮਨ ਵੀ ਪਵਿੱਤਰ, ਤਨ ਵੀ ਪਵਿੱਤਰ ਹੋ ਜਾਂਦਾ ਪ੍ਰਭੂ ਦੇ ਚਰਨਾਂ ਦੀ ਤੂੜੀ ਪ੍ਰਾਪਤ ਕਰਕੇ। ਮਨ ਤਨ ਸਭ ਕੁਛ ਪਵਿੱਤਰ ਹੋ ਜਾਂਦਾ ਹੈ। ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਹੈ। ਤੇ ਪ੍ਰਭੂ ਸਦਾ ਉਹਨਾਂ ਦੇ ਸਾਹਮਣੇ ਪ੍ਰਗਟ ਰਹਿੰਦਾ ਹੈ। ਉਹ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਸਦਾ ਹੀ ਪ੍ਰਗਟ ਹੋ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਆਸਾ ਹੈ ਦਰਸ਼ਨਾਂ ਦੀ, ਕਿਉਂਕਿ ਸਤਿਗੁਰ ਸਮਝਾਉਂਦੇ ਨੇ ਵੀ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਆਸ ਹੈ ਉਹਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸੋ ਪਿਆਰਿਓ, ਆਓ ਆਪਾਂ ਵੀ ਉਹ ਅਭਿਆਸ ਕਰੀਏ, ਮਨ ਦੇ ਵਿੱਚ ਆਸਾ ਰੱਖ ਕੇ, ਸਮਝ ਕੇ ਕਿ ਜੋ ਪਰਮੇਸ਼ਰ ਹੈ ਉਹ ਪ੍ਰਕਾਸ਼ ਰੂਪ ਹੈ। ਆਪਾਂ ਪ੍ਰਕਾਸ਼ ਦੇ ਦਰਸ਼ਨ ਕਰਨੇ ਨੇ, ਆਕਾਰ ਦੇ ਨਹੀਂ। ਕਿਤੇ ਆਕਾਰ ਨੂੰ ਰੱਬ ਨਾ ਸਮਝ ਲਿਓ, ਕਿਉਂਕਿ ਆਕਾਰ ਮਾਇਆ ਹੈ। ਆਪਾਂ ਨਿਰੰਕਾਰ ਦੇ ਦਰਸ਼ਨ ਕਰਨੇ ਨੇ। ਨਿਰੰਕਾਰ ਪ੍ਰਕਾਸ਼ ਰੂਪ ਹੈ। ਉਸ ਦਾ ਕੋਈ ਚੱਕਰ ਨਹੀਂ, ਚਿਹਰ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ, ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਮਾਤਾ ਨਹੀਂ, ਪਿਤਾ ਨਹੀਂ, ਪੁੱਤਰ ਨਹੀਂ, ਪੁੱਤਰ ਨਹੀਂ, ਸ਼ਤਰੂ ਨਹੀਂ, ਮਿੱਤਰ, ਕੁਛ ਵੀ ਨਹੀਂ ਹੈ। ਉਹ ਸਾਰੇ ਸਿਰਜਣਹਾਰ ਹੈ। ਤੇ ਉਸਨੇ ਦੋ ਤਰ੍ਹਾਂ ਦਾ ਸੰਸਾਰ ਰਚ ਕੇ, ਚੰਗਿਆਈਆਂ ਬੁਰਾਈਆਂ ਰਚ ਕੇ ਸਾਨੂੰ ਇੱਥੇ ਭੇਜ ਦਿੱਤਾ ਹੈ ਕਿ ਤੁਸੀਂ ਕਿੱਥੇ ਵਸਦੇ ਹੋ। ਸਾਡੇ ਤੇ ਨਿਰਭਰ ਹੈ ਕਿ ਅਸੀਂ ਚੰਗਿਆਈਆਂ ਨੂੰ ਗ੍ਰਹਿਣ ਕਰਦੇ ਹਾਂ ਕਿ ਬੁਰਾਈਆਂ ਕਰਦੇ ਹਾਂ। ਉਹ ਸਾਡੀਆਂ ਬਾਚੀਆਂ ਜਾਂਦੀਆਂ ਨੇ, ਜਾਂ ਅਸੀਂ ਨਾਮ ਨੂੰ ਤੇ ਆਉਂਦੇ ਹਾਂ ਜਿੱਥੇ ਸਾਡਾ ਧਰਮਰਾਜ ਬਾਚ ਵੀ ਨਹੀਂ ਸਕਦਾ, ਕੁਛ ਸਾਡੇ ਕਰਮਾਂ ਦੇ ਵੱਲ ਦੇਖ ਵੀ ਨਹੀਂ ਸਕਦਾ। ਪਰ ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ, ਫਿਰ ਉਸਦੀ ਕੋਈ ਔਕਾਤ ਨਹੀਂ ਕਿ ਤੁਹਾਡੇ ਕਰਮਾਂ ਨੂੰ ਦੇਖੇ ਵੀ ਤੁਸੀਂ ਕੀ ਕਰਦੇ ਹੋ, ਕਿਉਂਕਿ ਅਸੀਂ ਉਹ ਮਾਰਗ ਹੀ ਛੱਡ ਦਿੰਦੇ ਹਾਂ। ਸਾਡਾ ਮਾਰਗ ਹੀ ਸਿੱਧਾ ਗੋਬਿੰਦ ਮਾਰਗ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਸਮਝਾਇਆ ਹੈ, ਆਓ ਆਪਾਂ ਉਹ ਅਭਿਆਸ ਕਰੀਏ, ਸਮਝੀਏ ਕਿਵੇਂ ਪ੍ਰੇਮ ਪੈਣਾ ਹੈ ਪ੍ਰਭੂ ਦੇ ਨਾਲ।
जो मन है साडा वो ध्यान द्वारा, ध्यान ही मन है जिहड़ा उधर उधर दौड़दा है। पर दौड़दा कित्थों है? नेत्रां दे विचों। नेत्र दो ने, दो नेत्रां दे विच जोत है। इन्हां दो नेत्रां नूं ही आपां एक दृष्ट हो के परमेश्वर दे दर्शन कर सकते हाँ। ते पर सानूं किवें पता लगे कि असीं एक दृष्ट हाँ कि दो दृष्ट हाँ? क्योंकि बहुत सारे जीव दो दृष्टि दे विच ने, बहुत सारे जीव एक दृष्ट भी हुंदे ने, पर किसी नूं ज्ञान नहीं है कि सानूं किवें पता लगे असीं एक दृष्ट हाँ कि दो दृष्ट हाँ, असीं देवलोक दे वासी हाँ जां असीं प्रकाश रूप हो चुके अपने प्रकाश रूप नूं देखना है। ये सारा ही सानूं ज्ञान नहीं है। बहुत जीवां नूं प्रभु दे दर्शन भी हो जाते ने, पर उन्होंने ज्ञान ही नहीं होंदा विचारिਆਂ ਨੂੰ। ਜਦੋਂ इस मार्ग ते चलते ने, करते ने अभ्यास, देखते ने, फिर उन्होंने चेता आउंदा भी हाँ इदां तां मैनूं पहलां भी होया सी, पर परम दे विच होण करके प्रतीत नहीं आई। एक ना दर्शन की प्रतीत ना आईया, शब्द ना करे विचार। जब तक शब्द की विचार नहीं की, दर्शना की प्रतीत नहीं आउंदी, ते असीं देख के भी अनडिठा कर देंदे हाँ। इस करके सानूं समझाया है सतगुरां ने किवें आपां सारा ये ज्ञान हासिल कर सकते हाँ। बहुत सौखा तरीका है ध्यान नूं समझण दा। अपनी दृष्टि दोनों नेत्रां दी दृष्टि नूं इस पॉइंट ते आपां फोकस करके देखना हुंदा। इत्थे एक कर लेना दोनों नेत्र, इहदा तीर की तरह अपनी दृष्टि बनाउणी है, इस पॉइंट ते लै आउणी है। इत्थे आके देखना हुंदा है कि देखना अपना नक, कि सानू अपना नक दिसदा जां नहीं दिसदा। क्योंकि जद आपां दो दृष्टि च होवांगे सानू अपना नक नज़र आएगा, एक दृष्ट होवांगे नक नज़र नहीं आएगा। फिर दो दृष्टि दे विच भी तीन अवस्थावां ने। किसी दा ध्यान सज्जे होएगा, उसनूं अपना नक सज्जे पासियों दिसेगा, इस पासे जिहदा ध्यान ज़्यादा है। किसी नूं अपना नक खब्बे पासियों दिसदा है, जिसदा ध्यान ज़्यादा खब्बे पासे है। ये चंद्रमा है, ये सूरज है। ते किसी नूं अपना नक दोनों पासियों दिसदा, जिन्हां दा ध्यान विचाले है, ना ज़्यादा सज्जे ना खब्बे, उन्हां नूं अपना नक दोनों पासियों नज़र आउंदा है। जिहड़े एक दृष्ट हुंदे ने उन्हां नूं नक नज़र नहीं आउंदा। ते जिहड़े गुरदा लैके कमाउंदे ने ते आउणा शुरू करदे ने, उन्हां नूं नक प्रकाश हो जाता है इस पासे, ते सानूं प्रकाश दिसना शुरू हो जाता है। ते हौली हौली मुख भी प्रकाश हो जाता है। उत्थे फिर दर्शनां नाल प्रेम पै जाता है। फिर दर्शन ही सब तो उत्तम ने। इस करके दर्शन करके ही मन तृप्त होता है। सो हुण आपां की करना है, आपां पहलां इस पॉइंट ते ध्यान ला के देखांगे अपने आप नूं। जेकर कोई नवां जीव उसने समझना है, इत्थे ध्यान ला के देखांगे कि नक दिसदा जां नहीं दिसदा। जे दिसदा किस पासे तो दिसदा, सज्जे खब्बे जां दोनों पासे, इन्ना अपने आप नूं देखांगे। इतों फिर मैं आप जी नूं आवाज़ देवांगा कि ध्यान सामने लैके आओ। इतों सामने देखांगे। इतों फिर मैं आप जी नूं आवाज़ देवांगा कि ध्यान मस्तक दे सामने लै जाओ। आपां पलकां उत्ते चुक दांगे। फिर जदों कवांगा सामने, फिर सामने लै आवांगे ध्यान। फिर जदों कवांगा नक ते सम करके देखो, फिर नक ते सम करके देख लांगे। फिर देखांगे जे किसी नक नज़र आउंदा सी, फिर वापस देखना हुंदा है कि हुण नक दिसनों हट गया। क्योंकि जदों एक दृष्ट हो गए नक नज़र नहीं आएगा। जे आएगा इस पासे एक हल्का परछाई जी नज़र आ सकती है खब्बे पासे, क्योंकि ये दृष्टि ने इधर च आउणा है। बस जदों ये दृष्टि ये च आ गई, सानू प्रकाश होना शुरू हो जाना है। तो सानू प्रकाश के दर्शन होने शुरू हो जाने। सो आओ प्यारिओ, आपां पहला अपनी दृष्टि इस पॉइंट ते सम करके देखिए सारे अपने आप नूं। जो रोज़ ते आउंदे ने अपनी जोत नूं देखना है। जो नवें ने उन्हां ये देखना है कि साडा मन किस अवस्था च है। ध्यान सज्जे है, खब्बे है, जां दो विचाले है, जां एक नक नहीं दिसदा। आओ देखिए सारे।
सामने लेके आइए, ध्यान सामने देखिए। मस्तक दे सामने ले जो ध्यान, पलकां उत्ते चुक। फिर सामने लेके आइए ध्यान। फिर नक ते सम करके देखिए अपने आप को। देखना है नक के दिसनों हट गया। ये कोई नवा जीव सी, किसी नक दिसता सी पहला, हुण ये देखना है कि हुण दिसनों हट गया, क्योंकि जो एक दृष्ट हो जाएंगे नक नज़र नहीं आएगा। उत्थे साडा पहला कदम जिहड़ा पहला स्टैप है वो आपां चल पैंदे इस मार्ग दे उत्ते। ध्यान नीचे ले जाइए। नीचे जो भी कपड़ा वगैरह बिछिया थले जिथे आप बैठे हैं उस तो थोड़ा ऊपर देखांगे। इत्थे सानू इदा अनुभव होना शुरू होगा, कपड़े दे उत्ते पानी दी लहरां चलदियां ने। एक हलचल तरंगां दी न्याय सानू अनुभव होनी शुरू हो जाती है, जिसनों आपां देखी जाना हुंदा है, ध्याई जाना हुंदा है। फिर नेत्र सम करके अपने आप को देखिए। फिर नक ते सम करके अपने आप को देखिए। फिर नीचे ले जाइए ध्यान।
फिर सम करके अपने आप को देखिए, दृष्टि सम करके फिर अपने आप को देखिए। फिर नीचे ले जाइए ध्यान। फिर सम करके अपने आप को देखिए, दृष्टि सम करके देखिए अपने आप को। फिर नीचे लाए जी ध्यान। सामने लेके आइए ध्यान, सामने देखिए।
मस्तक दे सामने लै जो ध्यान, पलका उत्ते चुक। नीचे ले, सामने ले ध्यान, ध्यान सामने लाओ। नीचे लाइए ध्यान, और सम करके देखिए अपने आप को, दृष्टि सम करके अपने आप को।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਅਭਿਆਸ ਕਰਨ ਦੇ ਨਾਲ ਹੀ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੁੰਦਾ ਹੈ। ਸਾਡਾ ਮੁੱਖ ਪ੍ਰਕਾਸ਼ ਹੋਣਾ ਸ਼ੁਰੂ ਹੁੰਦਾ ਹੈ ਤੇ ਧਿਆਉਂਦੇ ਸਾਡੀ ਜੋਤ ਪਰਮੇਸ਼ਰ ਦੀ ਜੋਤ ਦੇ ਵਿੱਚ ਮਿਲ ਜਾਂਦੀ ਹੈ, ਇੱਕ ਰੂਪ ਹੋ ਜਾਂਦੇ ਹਾਂ। ਉਸ ਤੋਂ ਬਾਅਦ ਫਿਰ ਸਾਨੂੰ ਉਹ ਪ੍ਰਭੂ ਹੀ ਪਾਉਂਦਾ ਹੈ। ਇਸ ਕਰਕੇ ਫਿਰ ਹੀ ਸਾਨੂੰ ਭਗਤ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਜੇ ਅਸੀਂ ਪਰਮੇਸ਼ਰ ਤੋਂ ਬਿਨਾਂ ਹੋਰ ਨੂੰ ਨਾ ਲੋਚੀਏ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦਾ ਏਕੋ ਹੋਏ। ਕਹਿੰਦੇ ਜਿਹਦੇ ਹਿਰਦੇ 'ਚ ਇੱਕ ਪਰਮੇਸ਼ਰ ਦਾ ਵਾਸਾ ਹੈ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਏਕੋ ਹੋਏ। ਸੱਚ ਕਰਨੀ ਸੱਚ ਤਾਕੀ ਰਹੇ, ਤੋ ਸੱਚ ਹਿਰਦਾ ਸੱਚ ਮੁਖ ਹੈ, ਤੋ ਸਾਚੀ ਦ੍ਰਿਸ਼ਟ ਸਾਚਾ ਆਕਾਰ। ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਨਾਨਕ ਤੇ ਸੋ ਜਨ ਖਸਮ ਪਛਾਤਾ। ਸੋ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ ਸਤਿਗੁਰਾਂ ਨੇ ਕਿ ਆਪਾਂ ਪ੍ਰੇਮ ਪਾਉਣਾ ਹੈ। ਜਦੋਂ ਪ੍ਰੇਮ ਪੈ ਗਿਆ ਫਿਰ ਸਾਨੂੰ ਸੰਸਾਰੀ ਵਸਤਾਂ, ਸੰਸਾਰ ਦੇ ਜਿਹੜੀਆਂ ਇਹ ਸੁਪਨੇ ਨੇ, ਸੁਪਨ ਮੂਰਤ ਬਿਰਥੇ ਨੇ ਸਾਰੇ ਹੀ, ਫਿਰ ਸਾਡਾ ਮਨ ਇਹਨਾਂ ਤੋਂ ਨਿਰਲੇਪ ਹੋ ਜਾਂਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।